ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਆਪਾਂ ਤੁਹਾਡੇ ਲਈ 8ਵੀਂ ਜਮਾਤ ਦੇ ਬੱਚਿਆਂ ਲਈ ਜੋ ਬੱਚੇ 8ਵੀਂ 'ਚ ਪੜ੍ਹਦੇ ਨੇ ਉਹਨਾਂ ਲਈ ਬੇਟਾ ਆਪਾਂ MCQs ਲੈ ਕੇ ਆਏ ਹਾਂ। ਮਤਲਬ ਮੈਥ ਦੇ ਵਿੱਚੋਂ ਜਿਹੜੇ ਇੱਕ ਅੰਕਾਂ ਵਾਲੇ ਆਪਾਂ ਨੂੰ ਕੁਐਸਚਨ ਆਉਣਗੇ। ਘੱਟੋ 32 ਕੁਐਸਚਨ ਆਪਾਂ ਨੂੰ ਇੱਕ ਨੰਬਰ ਦੇ ਪੇਪਰ ਦੇ ਵਿੱਚ ਪੁੱਛੇ ਜਾਣਗੇ ਬੇਟਾ। ਉਹਨਾਂ ਨਾਲ ਸੰਬੰਧਿਤ ਆਪਾਂ ਕੁਛ ਕੁਐਸਚਨ ਅੱਜ ਡਿਸਕਸ ਕਰਾਂਗੇ। ਤੁਸੀਂ ਇਹਨਾਂ ਕੁਐਸਚਨਾਂ ਨੂੰ ਧਿਆਨ ਨਾਲ ਸਮਝਣਾ ਅਤੇ ਆਪਣੀ ਕਾਪੀ 'ਤੇ ਨੋਟ ਕਰ ਲੈਣਾ। ਠੀਕ ਹੈ ਬੇਟਾ, ਇਹਨਾਂ ਨੂੰ ਸਮਝ ਕੇ ਨੋਟ ਕਰਨਾ, ਪਹਿਲਾਂ ਸਮਝ ਲੈਣਾ, ਫਿਰ ਇਹਨਾਂ ਨੂੰ ਆਪਣੀ ਕਾਪੀ 'ਤੇ ਨੋਟ ਕਰ ਲੈਣਾ। ਠੀਕ ਹੈ, ਇਹ ਬਹੁਤ ਇੰਪੋਰਟੈਂਟ ਨੇ। ਇਹਨਾਂ ਵਿੱਚੋਂ ਆਪਾਂ ਨੂੰ ਕੁਐਸਚਨ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਨੇ। ਠੀਕ ਹੈ ਬੇਟਾ, ਪਹਿਲੇ ਚੈਪਟਰ ਦੇ ਵਿੱਚੋਂ ਪ੍ਰਮੇਯ ਸੰਖਿਆਵਾਂ ਦੇ ਵਿੱਚੋਂ ਪਹਿਲਾਂ। ਠੀਕ ਹੈ, ਪਹਿਲਾ ਕੁਐਸਚਨ ਦੇਖੋ, ਪ੍ਰਮੇਯ ਸੰਖਿਆਵਾਂ ਦੇ ਵਿੱਚੋਂ ਸਭ ਤੋਂ ਛੋਟੀ ਪੂਰਨ ਸੰਖਿਆ, ਸਮਾਲੈਸਟ ਹੋਲ ਨੰਬਰ। ਸਭ ਤੋਂ ਛੋਟੀ ਪੂਰਨ ਸੰਖਿਆ ਬੇਟਾ ਕਿਹੜੀ ਹੁੰਦੀ ਹੈ? 0 ਹੁੰਦੀ ਹੈ। ਤਾਂ ਸਭ ਨੂੰ ਪਤਾ ਹੀ ਹੋਣਾ, ਸਭ ਤੋਂ ਛੋਟੀ ਪੂਰਨ ਸੰਖਿਆ ਹੋਲ ਨੰਬਰ 0 ਹੁੰਦੀ ਹੈ, ਕਿਉਂਕਿ ਪੂਰਨ ਸੰਖਿਆਵਾਂ 0 ਤੋਂ ਸ਼ੁਰੂ ਹੁੰਦੀਆਂ ਹਨ। ਠੀਕ ਹੈ, ਅਗਰ ਆਪਾਂ ਨੂੰ ਸਭ ਤੋਂ ਵੱਡੀ ਪੂਰਨ ਸੰਖਿਆ ਪੁੱਛ ਲੈਣ ਤਾਂ ਆਪਾਂ ਕੀ ਲਿਖਾਂਗੇ ਵੀ ਆਪਾਂ ਪਤਾ ਨਹੀਂ ਲਗਾ ਸਕਦੇ, ਕਿਉਂਕਿ ਹਰ ਇੱਕ ਸੰਖਿਆ ਲਈ ਆਪਣੇ ਕੋਲ ਵੱਡੀ ਸੰਖਿਆ ਹੈ। ਜਿਵੇਂ ਕਹਤਾ ਸਭ ਤੋਂ ਵੱਡੀ ਸੰਖਿਆ 1000 ਹੈ, ਤਾਂ ਉਹਦੇ ਤੋਂ ਵੱਡੀ ਆਪਣੇ ਕੋਲ 1001 ਵੀ ਸੰਖਿਆ ਹੈ। ਤਾਂ ਸਭ ਤੋਂ ਵੱਡੀ ਸੰਖਿਆ ਆਪਾਂ ਪਤਾ ਨਹੀਂ ਲਗਾ ਸਕਦੇ, ਪਰ ਸਭ ਤੋਂ ਛੋਟੀ ਸੰਖਿਆ ਕਿਹੜੀ ਹੈ ਬੇਟਾ? 0 ਹੈ। ਸਮਾਲੈਸਟ ਹੋਲ ਨੰਬਰ ਇਜ਼ 0। ਠੀਕ ਹੈ ਬੇਟਾ, ਅਗਲਾ ਕੁਐਸਚਨ, ਸਭ ਤੋਂ ਵੱਡੀ ਰਿਣਾਤਮਕ ਸੰਪੂਰਨ ਸੰਖਿਆ। ਇਹਨਾਂ ਦੇ ਵਿੱਚੋਂ ਚਾਰਾਂ 'ਚ ਦੱਸਣੀ ਹੈ ਵੀ ਸਭ ਤੋਂ ਵੱਡੀ ਕਿਹੜੀ ਹੈ। ਠੀਕ ਹੈ, ਲਾਰਜੈਸਟ ਨੈਗੇਟਿਵ ਇੰਟੀਜ਼ਰ ਇਨ ਆਲ। ਇਹਨਾਂ ਚਾਰਾਂ 'ਚੋਂ ਆਪਾਂ ਸਭ ਤੋਂ ਵੱਡੀ ਦੱਸਣੀ ਹੈ ਵੀ ਕਿਹੜੀ ਹੈ। ਠੀਕ ਹੈ ਬੇਟਾ, ਜਦੋਂ ਆਪਾਂ ਸੰਖਿਆ ਰੇਖਾ ਵੀ ਬਣਾਉਣੇ ਆ, ਵਿਚਾਲੇ 0 ਹੁੰਦੀ ਹੈ, ਇੱਧਰ ਨੈਗੇਟਿਵ ਵਾਲੀਆਂ ਸੰਖਿਆਵਾਂ ਹੁੰਦੀਆਂ, ਇੱਧਰ ਪੋਜ਼ੀਟਿਵ ਵਾਲੀਆਂ। ਠੀਕ ਹੈ, ਜਿਵੇਂ 1 2, ਇੱਥੇ 1 ਲੈ ਲਈਏ, ਇੱਥੇ 2 ਲੈ ਲਈਏ, ਇੱਧਰ -1 ਇੱਥੇ -2, ਐਵੇਂ ਹੁੰਦੀਆਂ। ਜਦੋਂ ਐਵੇਂ ਨੂੰ ਆਪਾਂ ਜਾਂਦੇ ਹਾਂ, ਖੱਬੇ ਤੋਂ ਸੱਜੇ ਵੱਲ ਨੂੰ ਜਾਂਦੇ ਹਾਂ, ਉਵੇਂ ਸੰਖਿਆਵਾਂ ਦਾ ਮੁੱਲ ਆ ਜਿਹੜਾ ਵੱਧਦਾ ਜਾਂਦਾ। ਦੇਖੋ ਪਹਿਲਾਂ 0 ਸੀ, ਫਿਰ 1 ਹੋ ਗਿਆ, ਫਿਰ 2 ਹੋ ਗਿਆ, ਫਿਰ 3, ਫਿਰ 4, ਅੱਗੇ ਐਵੇਂ ਵੱਧਦਾ ਜਾਏਗਾ। ਮਤਲਬ ਮਾਈਨਸ ਦੇ ਵਿੱਚ ਜੇ ਆਪਾਂ ਗੱਲ ਕਰੀਏ, ਜੇ ਆਪਾਂ -5 ਲੈ ਲਈਏ, ਇੱਥੇ -4 ਲੈ ਲਈਏ, ਇੱਥੇ -3 ਲੈ ਲਈਏ, ਤਾਂ -4 ਆ ਜਿਹੜਾ -5 ਤੋਂ ਵੱਡਾ ਹੈ, -3 ਆ ਜਿਹੜਾ -4 ਤੋਂ ਵੱਡਾ ਹੈ, -3 ਤੋਂ ਵੱਡਾ -2 ਹੈ, -2 ਤੋਂ ਵੱਡਾ -1 ਹੈ। ਮਤਲਬ ਜਿੰਨੀ ਸੰਖਿਆ ਮਾਈਨਸ ਦੇ ਵਿੱਚ ਵੱਡੀ, ਉਹ ਸੰਖਿਆ ਛੋਟੀ ਹੁੰਦੀ ਹੈ। ਭਾਵ ਕੀ ਹੋਇਆ, ਜਿਹੜੀ ਸੰਖਿਆ ਮਾਈਨਸ ਦੇ ਵਿੱਚ ਛੋਟੀ ਆ ਉਹ ਸਭ ਤੋਂ ਵੱਡੀ ਹੋਏਗੀ। ਮਤਲਬ ਕਿਹੜੀ ਵੱਡੀ ਹੈ ਫਿਰ? -1 ਸਭ ਤੋਂ ਵੱਡੀ ਇਹਨਾਂ ਦੇ ਵਿੱਚੋਂ ਰਿਣਾਤਮਕ ਸੰਖਿਆ ਹੈ। ਠੀਕ ਹੈ, ਊਂ ਵੀ ਸਾਰੀਆਂ ਸੰਪੂਰਨ ਸੰਖਿਆਵਾਂ ਦੇ ਵਿੱਚੋਂ ਜੇ ਆਪਾਂ ਰਿਣਾਤਮਕ ਸੰਪੂਰਨ ਸੰਖਿਆ ਦੇਖੀਏ ਤਾਂ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਸੰਖਿਆ, ਸੰਪੂਰਨ ਸੰਖਿਆ, ਰਿਣਾਤਮਕ ਸੰਖਿਆ ਕਿਹੜੀ ਹੋਏਗੀ? -1 ਹੋਏਗੀ। ਠੀਕ ਹੈ ਬੇਟਾ, ਤੀਜਾ ਕੁਐਸਚਨ, ਕਿਹੜੀ ਕਿਰਿਆ ਪੂਰਨ ਸੰਖਿਆ 'ਤੇ ਬੰਦ ਨਹੀਂ ਹੁੰਦੀ? ਕਿਹੜੀ ਕਿਰਿਆ 'ਤੇ ਪੂਰਨ ਸੰਖਿਆ ਬੰਦ ਨਹੀਂ ਹੁੰਦੀ? ਬੰਦ ਗੁਣ ਆਪਾਂ ਪੜ੍ਹਿਆ। ਬੰਦ ਗੁਣ ਕੀ ਹੁੰਦਾ ਬੇਟਾ? ਮਤਲਬ ਆਪਾਂ ਦੋ ਕੋਈ ਸੰਖਿਆਵਾਂ ਲੈ ਲਈਏ, A ਅਤੇ B ਜੇ ਪੂਰਨ ਸੰਖਿਆ ਨੇ, ਬੰਦ ਆਪਾਂ ਉਦੋਂ ਕਹਾਂਗੇ ਵੀ ਜਦੋਂ ਇਹਦੇ 'ਤੇ ਓਪਰੇਸ਼ਨ ਲਾਈਏ, ਕੋਈ ਵੀ ਮੰਨ ਲਓ ਆਪਾਂ ਜੋੜ ਦੇਖੀਏ, A ਅਤੇ B ਪੂਰਨ ਸੰਖਿਆਵਾਂ ਨੇ, ਤਾਂ A+B ਵੀ ਪੂਰਨ ਸੰਖਿਆ ਹੋਵੇ ਤਾਂ ਆਪਾਂ ਕਹਾਂਗੇ ਵੀ ਉਹ ਬੰਦ ਹੈ। ਮਤਲਬ ਜੋੜ ਦੇ ਅੰਤਰਗਤ ਉਹ ਕੀ ਹੈ? ਐਡੀਸ਼ਨ ਦੇ ਅੰਡਰ ਬੰਦ ਹੈ, ਜਾਂ ਆਪਾਂ ਇਹਨੂੰ ਕਲੋਜ਼ਰ ਪ੍ਰੋਪਰਟੀ ਬੋਲਦੇ ਹਾਂ। ਕਲੋਜ਼ਰ ਪ੍ਰੋਪਰਟੀ ਫॉर ਹੋਲ ਨੰਬਰ ਇਜ਼ ਕਲੋਜ਼ਡ। ਠੀਕ ਹੈ, ਐਡੀਸ਼ਨ ਦੇ ਵਿੱਚ ਇਹ ਕਲੋਜ਼ਡ ਹੈ, ਮਤਲਬ ਬੰਦ ਹੈ। ਠੀਕ ਹੈ, A ਅਤੇ B ਪੂਰਨ ਸੰਖਿਆਵਾਂ ਨੇ, ਤਾਂ A+B ਵੀ ਜੇ ਪੂਰਨ ਸੰਖਿਆ ਬਣਦੀ ਹੈ ਤਾਂ ਆਪਾਂ ਕਹਾਂਗੇ ਵੀ ਉਹ ਬੰਦ ਹੈ। ਠੀਕ ਹੈ, ਚਲੋ ਆਪਾਂ ਦੇਖਦੇ ਹਾਂ। ਜੋੜ ਦੇ ਅੰਤਰਗਤ ਬਣਦਾ ਵੀ, ਜੇ ਆਪਾਂ 2 ਅਤੇ 3 ਲੈ ਲਈਏ ਪੂਰਨ ਸੰਖਿਆ, ਦੋਵਾਂ ਦਾ ਜੋੜ ਕਰ ਲਓ, 2 ਅਤੇ 3 ਕਿੰਨਾ ਬਣ ਜੂ? 5। 5 ਵੀ ਇੱਕ ਪੂਰਨ ਸੰਖਿਆ ਹੈ, ਤਾਂ ਇਹ ਜੋੜ ਦੇ ਅੰਤਰਗਤ ਬੰਦ ਹੈ। ਠੀਕ ਹੈ, ਅੱਗੇ ਗੁਣਾ ਦੇ ਅੰਤਰਗਤ ਬਣਦਾ ਵੀ, ਜੇ ਆਪਾਂ ਗੁਣਾ ਕਰ ਦਈਏ 2 ਅਤੇ 3 ਦੀ, 2 ਤੀਏ 6 ਵੀ ਪੂਰਨ ਸੰਖਿਆ ਹੈ, ਤਾਂ ਗੁਣਾ ਦੇ ਅੰਤਰਗਤ ਵੀ ਇਹ ਬੰਦ ਹੈ। ਘਟਾਓ ਦੇ ਅੰਤਰਗਤ 2 - 3 ਕਿੰਨਾ ਆ ਜਾਏਗਾ? -1। ਹੁਣ -1 ਆ ਜਿਹੜੀ ਉਹ ਪੂਰਨ ਸੰਖਿਆ ਨਹੀਂ ਹੈ, ਤਾਂ ਇਹ ਘਟਾਓ ਦੇ ਅੰਤਰਗਤ ਪੂਰਨ ਸੰਖਿਆ ਬੰਦ ਨਹੀਂ ਹੁੰਦੀ। ਠੀਕ ਹੈ ਬੇਟਾ, ਮਤਲਬ ਵਿਚ ਆਪਰੇਸ਼ਨ ਡਜ਼ ਨਾਟ ਹੋਲਡ ਕਲੋਜ਼ਰ ਪ੍ਰੋਪਰਟੀ ਫॉर ਹੋਲ ਨੰਬਰ? ਕਰੈਕਟ ਆਪਸ਼ਨ ਇਜ਼ ਸਬਟਰੈਕਸ਼ਨ। ਠੀਕ ਹੈ, ਸਬਟਰੈਕਸ਼ਨ ਦੇ ਅੰਡਰ ਕਲੋਜ਼ਰ ਪ੍ਰੋਪਰਟੀ ਹੈ ਜਿਹੜੀ ਹੋਲ ਨੰਬਰ ਵਾਸਤੇ ਹੋਲਡ ਨਹੀਂ ਕਰਦੀ। ਠੀਕ ਹੈ ਬੇਟਾ, ਅਗਲਾ ਕੁਐਸਚਨ ਦੇਖੋ,
ਕਿਹੜੀ ਕਿਰਿਆ ਸੰਪੂਰਨ ਸੰਖਿਆਵਾਂ ਲਈ ਬੰਦ ਨਹੀਂ ਹੁੰਦੀ। ਹੁਣ ਸੰਪੂਰਨ ਸੰਖਿਆਵਾਂ ਲਈ ਆਪਾਂ ਦੇਖਣਾ ਵੀ ਬੰਦ ਨਹੀਂ ਹੁੰਦੀ, ਤਾਂ ਕਿਹਦੇ ਵਿੱਚ ਨਹੀਂ ਹੁੰਦੀ? ਘਟਾ ਦੇ ਵਿੱਚ ਵੀ ਸੰਪੂਰਨ ਸੰਖਿਆਵਾਂ ਬੰਦ ਹੁੰਦੀਆਂ, ਕਿਉਂਕਿ 2 ਅਤੇ 3 ਸੰਪੂਰਨ ਸੰਖਿਆਵਾਂ ਨੇ, ਉਹਨਾਂ ਦੀ ਆਪਾਂ ਘਟਾ ਕਰ ਦਾਂਗੇ -1। -1 ਵੀ ਇੱਕ ਸੰਪੂਰਨ ਸੰਖਿਆ ਹੈ, ਠੀਕ ਹੈ। ਜੋੜ ਦੇ ਅੰਤਰਗਤ ਵੀ ਇਹ ਬੰਦ ਹੁੰਦੀ ਹੈ, ਘਟਾ ਦੇ ਗੁਣਾ ਦੇ ਅੰਤਰਗਤ ਵੀ, ਕਿਉਂਕਿ 2 ਅਤੇ 3 ਦੀ ਗੁਣਾ 6 ਬਣ ਜੂ, 6 ਵੀ ਇੱਕ ਸੰਪੂਰਨ ਸੰਖਿਆ ਬਣਦਾ ਹੈ। ਭਾਗ ਦੇ ਅੰਤਰਗਤ ਦੇਖੋ ਬੇਟਾ, ਜੇ ਆਪਾਂ 2 ਅਤੇ 3 ਦੀ ਭਾਗ ਕਰ ਦਈਏ, ਇਹ ਤਾਂ ਸੰਪੂਰਨ ਸੰਖਿਆ ਨਹੀਂ ਹੈ ਨਾ, ਤਾਂ ਇਸ ਕਰਕੇ ਭਾਗ ਦੇ ਅੰਤਰਗਤ ਇਹ ਬੰਦ ਸੰਪੂਰਨ ਸੰਖਿਆਵਾਂ ਨਹੀਂ ਹੁੰਦੀਆਂ, ਠੀਕ ਹੈ। ਇਹਦੇ ਲਈ ਭਾਗ ਆ ਜਾਏਗੀ ਨਵੀਂ ਇੰਗਲਿਸ਼ ਦੇ ਵਿੱਚ ਵੀ, ਵਿਚ ਆਪਰੇਸ਼ਨ ਡਜ਼ ਨਾਟ ਹੋਲਡ ਕਲੋਜ਼ਰ ਪ੍ਰੋਪਰਟੀ ਫॉर ਇੰਟੀਜਰਸ। ਕੀ ਆਏਗਾ ਬਈ? ਕਰੈਕਟ ਆਪਸ਼ਨ ਕੀ ਆਏਗੀ? ਡਿਵੀਜ਼ਨ, ਕਿਉਂਕਿ ਅੰਡਰ ਡਿਵੀਜ਼ਨ ਕਲੋਜ਼ਰ ਪ੍ਰੋਪਰਟੀ ਡਜ਼ ਨਾਟ ਹੋਲਡ ਫॉर ਇੰਟੀਜਰ, ਠੀਕ ਹੈ ਬੇਟਾ। ਇਹ ਸੀਗਾ ਆਪਣਾ। ਦੇਖੋ ਅਗਲਾ ਕੁਐਸਚਨ ਦੇਖੋ ਬੇਟਾ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਪਾਰਟ ਆਫ ਰੈਸ਼ਨਲ ਨੰਬਰ। ਕੀ ਆ ਵੀ? ਇਹਨਾਂ ਦੇ ਵਿੱਚੋਂ ਕਿਹੜਾ ਪ੍ਰਮੇਯ ਸੰਖਿਆਵਾਂ ਦਾ ਭਾਗ ਨਹੀਂ ਹੈ, ਮਤਲਬ ਪ੍ਰਮੇਯ ਸੰਖਿਆਵਾਂ ਦੀ ਪਰਿਭਾਸ਼ਾ ਦੇ ਵਿੱਚ ਨਹੀਂ ਆਉਂਦਾ, ਠੀਕ ਹੈ। ਇਨ ਦਾ ਫਾਰਮ ਆਫ P/Q, P/Q ਦੇ ਵਿੱਚ ਆਪਾਂ ਲਿਖਦੇ ਹਾਂ, ਸਹੀ ਹੈ। ਤਾਂ Q 0 ਨਹੀਂ ਹੋਣਾ ਚਾਹੀਦਾ, ਇਹ ਵੀ ਠੀਕ ਹੈ, ਅਤੇ PQ ਇੰਟੀਜਰ ਹੋਣੇ ਚਾਹੀਦੇ, ਇਹ ਵੀ ਠੀਕ ਹੈ। Q 0 ਹੋਊਗਾ, ਇਹ ਗਲਤ ਹੈ। ਪ੍ਰਮੇਯ ਸੰਖਿਆਵਾਂ ਦੇ ਵਿੱਚ Q 0 ਨਹੀਂ ਹੋਏਗਾ, ਇਹ ਆਪਣੀ ਦੂਜੀ ਸ਼ਰਤ ਸਹੀ ਹੈ। ਮਤਲਬ ਇਹਦੇ ਵਿੱਚੋਂ ਕਿਹੜਾ ਜਿਹੜਾ ਉਹ ਪਾਰਟ ਨਹੀਂ ਹੋਏਗਾ ਰੈਸ਼ਨਲ ਨੰਬਰ ਦਾ ਪ੍ਰਮੇਯ ਸੰਖਿਆਵਾਂ ਦਾ Q = 0, ਠੀਕ ਹੈ ਬੇਟਾ। ਅਗਲਾ ਕੁਐਸਚਨ ਦੇਖੋ, ਜੇਕਰ ਰਾਮ ਕੋਲ 6 ਪੈਨ ਹਨ, ਰਵੀ ਕੋਲ 2 ਪੈਨ ਹਨ, ਗੌਤਮ ਨੇ 4 ਪੈਨ ਕਿਸੇ ਨੂੰ ਦੇਣੇ ਹਨ, ਰਾਮ, ਰਵੀ, ਗੌਤਮ ਤਿੰਨਾਂ ਕੋਲ ਕੁੱਲ ਕਿੰਨੇ ਪੈਨ ਹੋਣਗੇ? ਇਫ ਰਾਮ ਹੈਜ਼ 6 ਪੈਨਸ ਐਂਡ ਰਵੀ ਹੈਜ਼ 2 ਪੈਨਸ, ਗੌਤਮ ਹੈਜ਼ ਟੂ ਗਿਵ 4 ਪੈਨਸ, ਦੈਨ ਰਾਮ, ਰਵੀ ਐਂਡ ਗੌਤਮ ਟੂਗੈਦਰ ਹੈਜ਼ ਟੋਟਲ ਨੰਬਰ ਆਫ ਪੈਨਸ। ਦੇਖੋ ਬੇਟਾ, ਉਹਨਾਂ ਕੋਲ ਕਿੰਨੇ ਪੈਨ ਨੇ? 6 ਅਤੇ 2 8 ਹੀ ਪੈਨ ਨੇ। 4 ਤਾਂ ਇਹਨੇ ਕਿਸੇ ਨੂੰ ਦੇਣੇ ਨੇ, ਠੀਕ ਹੈ। 4 ਦੇਣੇ ਨੇ ਤਾਂ ਫਿਰ ਇਹ ਵਿੱਚੋਂ ਘਟਾਉਣੇ ਪੈਣਗੇ, ਕਿਉਂਕਿ ਦੇਣੇ ਨੇ ਨਾ ਇਹ। ਉਹਨਾਂ ਕੋਲ ਕਿੰਨੇ ਪੈਨ ਰਹਿਣਗੇ? ਟੋਟਲ 4 ਪੈਨ। ਤਾਂ ਇਹਦੇ ਲਈ ਸਹੀ ਆਪਸ਼ਨ ਹੈ ਜਿਹੜੀ ਉਹ ਕਿੰਨੀ ਆਏਗੀ? 4 ਪੈਨ ਆਏਗੀ, ਠੀਕ ਹੈ ਬੇਟਾ। ਅਗਲਾ ਕੁਐਸਚਨ, ਕਿਸੇ ਪ੍ਰਮੇਯ ਸੰਖਿਆ ਵਿੱਚ ਉਸ ਦਾ ਜੁੜਾਤਮਕ ਉਲਟ ਜੋੜਨ 'ਤੇ ਸਾਨੂੰ ਪ੍ਰਾਪਤ ਹੁੰਦਾ। ਕਿਸੇ ਪ੍ਰਮੇਯ ਸੰਖਿਆ ਦੇ ਵਿੱਚ ਉਸ ਦਾ ਜੁੜਾਤਮਕ ਉਲਟ ਜੋੜ ਦਈਏ, ਮਤਲਬ ਆਪਾਂ ਪ੍ਰਮੇਯ ਸੰਖਿਆ ਲੈ ਲਈਏ, 2/3 ਪ੍ਰਮੇਯ ਸੰਖਿਆ ਲੈ ਲਈ, 2/3 ਦਾ ਜੁੜਾਤਮਕ ਉਲਟ ਕਿੰਨਾ ਹੋਏਗਾ ਬੇਟਾ? -2/3 ਹੋ ਜਾਏਗਾ ਨਾ। ਜੇ ਆਪਾਂ ਇਹਨੂੰ ਇਹਦੇ ਵਿੱਚ ਜੋੜੀਏ ਤਾਂ ਘਟਾਈ ਹੋ ਜਾਏਗੀ, ਕਿੰਨਾ ਪ੍ਰਾਪਤ ਹੋਏਗਾ ਆਪਾਂ ਨੂੰ? 0, ਠੀਕ ਹੈ। ਮਤਲਬ ਆਪਾਂ ਨੂੰ ਜੁੜਾਤਮਕ ਤਤਸਮਕ ਪ੍ਰਾਪਤ ਹੁੰਦਾ ਹੈ। ਜੇ ਆਪਾਂ ਸੰਖਿਆ ਵਿੱਚ ਉਹਦਾ ਜੁੜਾਤਮਕ ਉਲਟ ਜੋੜ ਦਿੰਦੇ ਹਾਂ ਤਾਂ ਆਪਾਂ ਨੂੰ ਜੁੜਾਤਮਕ ਤਤਸਮਕ ਪ੍ਰਾਪਤ ਹੁੰਦਾ, ਜਿਹੜਾ ਕਿ 0 ਹੁੰਦਾ। ਘਟਾ ਹੋ ਜਾਂਦੀ ਹੈ ਦੋਵਾਂ ਦੀ, ਇੱਕੋ ਜਿਹੀਆਂ ਨੇ, ਤਾਂ ਕਰਕੇ 0 ਹੋ ਜਾਂਦੇ ਨੇ, ਠੀਕ ਹੈ ਬੇਟਾ। ਦੇਖੋ, ਇਫ ਰੈਸ਼ਨਲ ਨੰਬਰ ਇਜ਼ ਐਡਡ ਟੂ ਐਡੀਟਿਵ ਇਨਵਰਸ ਦੈਨ ਰਿਜ਼ਲਟ ਇਜ਼ 0, ਠੀਕ ਹੈ। ਰਿਜ਼ਲਟ ਇਜ਼ ਐਡੀਟਿਵ ਆਈਡੈਂਟਿਟੀ, ਰਿਜ਼ਲਟ ਇਜ਼ ਐਡੀਟਿਵ ਆਈਡੈਂਟਿਟੀ, ਐਡੀਟਿਵ ਆਈਡੈਂਟਿਟੀ ਇਜ਼ 0, ਠੀਕ ਹੈ ਬੇਟਾ। ਇਹਦਾ ਆਈ ਕੀ ਸਹੀ ਆਪਸ਼ਨ? 0 ਆ ਜੀ। ਅਗਲਾ ਕੁਐਸਚਨ ਕਾਫੀ ਇੰਪੋਰਟੈਂਟ ਹੈ। 2 ਅਤੇ 4 ਦੇ ਵਿਚਕਾਰ ਡੈਸ਼ ਪ੍ਰਮੇਯ ਸੰਖਿਆਵਾਂ ਹੋਣਗੀਆਂ। ਦੇਅਰ ਆਰ ਡੈਸ਼ ਰੈਸ਼ਨਲ ਨੰਬਰਸ ਬਿਟਵੀਨ 2 and 4। ਜਦੋਂ ਵੀ ਤੁਹਾਨੂੰ ਕਿਸੇ 2 ਅੰਕਾਂ ਦੇ ਵਿੱਚ, 2 ਸੰਖਿਆਵਾਂ ਦੇ ਵਿੱਚ ਪ੍ਰਮੇਯ ਸੰਖਿਆਵਾਂ ਦੀ ਗਿਣਤੀ ਪੁੱਛਣ, ਤਾਂ ਤੁਸੀਂ ਉਹਦਾ ਕੀ ਜਵਾਬ ਦੇਣਾ? ਇਨਫਾਈਨਾਈਟ, ਅਨੰਤ, ਠੀਕ ਹੈ। ਕੋਈ ਵੀ 2 ਸੰਖਿਆਵਾਂ ਦੇ ਵਿੱਚ ਪ੍ਰਮੇਯ ਸੰਖਿਆਵਾਂ ਦੀ ਗਿਣਤੀ ਕਿੰਨੀ ਹੁੰਦੀ ਹੈ? ਅਨੰਤ ਹੁੰਦੀ ਹੈ, ਇਨਫਾਈਨਾਈਟ, ਠੀਕ ਹੈ ਬੇਟਾ। ਅਗਲਾ ਕੁਐਸਚਨ, ਪੂਰਨ ਸੰਖਿਆਵਾਂ ਵਿੱਚੋਂ ਕਿਹੜੀ ਕਿਰਿਆ ਕਰਮ ਵਟਾਂਦਰਾ ਯੋਗਤਾ ਪੂਰੀ ਕਰਦੀ ਹੈ? ਕਰਮ ਵਟਾਂਦਰਾ ਯੋਗਤਾ ਆਪਾਂ ਦੇਖਣੀ ਹੈ ਵੀ ਕਿਹੜੀ ਪੂਰੀ ਕਰਦੀ ਹੈ। ਕਿਹੜੀ ਪੂਰੀ ਕਰਦੀ ਹੈ ਬੇਟਾ? ਜੋੜ ਪੂਰਾ ਕਰਦਾ ਹੈ। ਦੇਖੋ, 2 + 3 = 3 + 2। ਕਰਮ ਵਟਾਂਦਰਾ ਇਹ ਹੁੰਦਾ ਵੀ ਕਰਮ ਦਾ ਵਟਾਂਦਰਾ ਕਰ ਦਈਏ, ਆਨਸਰ ਸੇਮ ਰਹੇ। 2 ਅਤੇ 3 5, 3 ਅਤੇ 2 ਵੀ 5। ਤਾਂ ਕਰਮ ਵਟਾਂਦਰਾ ਇਹ ਜੋੜ ਦੇ ਵਿੱਚ ਪੂਰਾ ਕਰਦਾ। ਆਪਾਂ ਘਟਾ ਲਈ ਵੀ ਚੈੱਕ ਕਰ ਦਿੰਦੇ ਹਾਂ। 2 - 3 ਆ ਜਿਹੜਾ, ਉਹ 3 - 2 ਦੇ ਬਰਾਬਰ ਹੋਣਾ ਚਾਹੀਦਾ। 2 - 3 ਕਿੰਨਾ ਹੋ ਜਾਏਗਾ? -1। 3 - 2 1। ਇਹ ਬਰਾਬਰ ਨਹੀਂ ਹੈ, ਮਤਲਬ ਕਰਮ ਵਟਾਂਦਰਾ ਹੋਲਡ ਨਹੀਂ ਕਰਦਾ। ਭਾਗ ਦੇ ਵਿੱਚ ਵੀ 2/3, 3/2, ਇਹ ਵੀ ਬਰਾਬਰ ਨਹੀਂ ਹੈ। ਤਾਂ ਕਿਹਦੇ ਲਈ ਕਰਦਾ ਕਰਮ ਵਟਾਂਦਰਾ ਹੋਲਡ? ਕਿਹਦੇ ਲਈ ਕਰਮ ਵਟਾਂਦਰਾ ਦੀ ਯੋਗਤਾ ਪੂਰੀ ਹੁੰਦੀ ਹੈ ਬੇਟਾ? ਜੋੜ ਲਈ। ਵਿਚ ਆਫ ਦਾ ਫੋਲੋਇੰਗ ਆਪਰੇਸ਼ਨ ਡਾਜ਼ ਹੋਲਡ ਲਿਖਣਾ ਸੀ, ਡੂ ਨਾਟ ਲਿਖਤਾ, ਗਲਤ ਲਿਖਿਆ। ਇਨ ਹੋਲ ਨੰਬਰ ਵਾਈਲ ਯੂਜਿੰਗ ਕਮੂਟੇਟਿਵ ਲਾ, ਗਲਤ ਲਿਖਿਆ ਹੋਇਆ ਬੇਟਾ। ਇਹਦੇ ਲਈ ਹੋਲਡ ਆਏਗਾ,
बस कला डू नॉट होल्ड नहीं, डज होल्ड। ठीक है, तो इसलिए किहड़ी ऑप्शन सही होएगी बेटा, एडिशन। प्रमेय संख्या जो अपने जुड़ात्मक उल्ट क्रम के बराबर होवे, रैशनल नंबर विच इज इक्वल टू इट्स एडिटिव इनवर्स, मतलब किहड़ी अपने जुड़ात्मक उल्ट के बराबर है, किहड़ी है बेटा, जिहड़ी अपने जुड़ात्मक उल्ट के बराबर होऊगा, रैशनल नंबर एडिटिव इनवर्स के बराबर होऊगा 0, क्योंकि इनू आपां साइन चेंज कर दईए, इहदा +0 -0, इहदा तां की मतलब है 0, ये 0 0 के इक्वल ही होएगी, इस करके इहदा सही ऑप्शन की आ जाएगा 0। जुड़ात्मक उल्ट क्रम है, ठीक है, इस गल का ध्यान रखना। अगे प्रमेय संख्या जो अपने गुणात्मक उल्ट क्रम के बराबर होवे, रैशनल नंबर विच इक्वल टू मल्टीप्लीकेटिव इनवर्स। मल्टीप्लीकेटिव इनवर्स अपने गुणात्मक उल्ट क्रम के बराबर कौन होगा भी, जो आप उन्होंने उल्टा दिए उन्ना ही रहे, किहड़ा होएगा 1, 1 नूं आपां 1/1 लिख दईए फिर भी तो 1 ही रहेगा ना, मतलब गुणात्मक उल्ट क्रम के बराबर होएगा। ये तुहानूं पता ही होना भी, जे आपां जुड़ात्मक उल्ट क्रम पता करना है, एडिटिव इनवर्स पता करना है, तो आप सिंपल साइन चेंज करना है। ठीक है, मतलब आपको कहता भी 2/3 का जुड़ात्मक उल्ट पता करो, तो आप लिखेंगे 2/3 का जुड़ात्मक उल्ट -2/3। ठीक है बेटा, मतलब आप सिर्फ साइन चेंज करना है, जे इत्थे प्लस है तो आप माइनस करता, जे इत्थे माइनस होंदा तो आप प्लस कर देंगे। ठीक है, अगे जे आपां गुणात्मक उल्ट पुछदे ने भी गुणात्मक उल्ट दसो कितना है, मल्टीप्लीकेटिव इनवर्स जिवें अपने कोल 3/2 है, इहदा गुणात्मक उल्ट पुछ लैण, तो आप इहनूं संख्या नूं उल्टाउणा है। गुणात्मक उल्ट लई की करना, आप संख्या नूं उल्टाउणा, उल्ट क्रम करना है। ठीक है, जुड़ात्मक उल्ट क्रम पता करने लई आपां ने निशानी चेंज करनी है जस्ट, तो गुणात्मक उल्ट पता करने लई आपां ने संख्या नूं उल्टा के लिखना है। ठीक है बेटा, ये सीगे अपने प्रमेय संख्यावां दे 1-1 अंकां वाले। इहदे विचों कुछ क्वेश्चन होर ने जे तुहानूं पुछे जा सकदे ने। जेकर एक केक ਦੇ 3 ਹਿੱਸੇ ਕੀਤੇ ਜਾਣ ਅਤੇ ਇੱਕ ਹਿੱਸਾ ਰਵੀ ਨੂੰ ਦੇ ਦਿੱਤਾ ਜਾਵੇ ਤਾਂ ਰਵੀ ਕੋਲ ਮਿਲੇ ਹਿੱਸੇ ਦਾ ਜੁੜਾਤਮਕ ਉਲਟ ਕੀ ਹੋਏਗਾ। ਠੀਕ ਹੈ ਬੇਟਾ, if cake is divided into 3 parts, one part is given to Ravi, then write the additive inverse of the fraction given to Ravi। ਹੁਣ ਕੇਕ ਦੇ 3 ਪਾਰਟ ਕਰ ਲਏ ਗਏ ਨੇ, ਠੀਕ ਹੈ, 3 ਪਾਰਟ ਕਰ ਗਏ ਨੇ, ਇੱਕ ਹਿੱਸਾ ਰਵੀ ਨੂੰ ਦਿੱਤਾ, ਇਹਦੀ ਜੇ ਆਪਾਂ ਭਿੰਨ ਕੱਢਣੀ ਹੋਵੇ ਕਿੰਨੀ ਹੋਊਗੀ ਬੇਟਾ, ਇਹਦੀ ਭਿੰਨ 1/3। ਹੁਣ 1/3 ਭਾਗ ਉਹਨੂੰ ਮਿਲਿਆ, 1/3 ਭਿੰਨ ਉਹਨੂੰ ਮਿਲੀ ਹੈ ਰਵੀ ਨੂੰ, ਹੁਣ ਇਹਦਾ ਜੁੜਾਤਮਕ ਉਲਟ ਕਿੰਨਾ ਹੋਏਗਾ, ਹੁਣੀ ਦੱਸ ਕੇ ਹਟਿਆ, ਜਦੋਂ ਆਪਾਂ ਜੁੜਾਤਮਕ ਉਲਟ ਪਤਾ ਕਰਨਾ ਹੈ ਆਪਾਂ ਨੇ ਸਿਰਫ ਨਿਸ਼ਾਨੀ ਚੇਂਜ ਕਰਨੀ ਹੈ। ਕਿੰਨਾ ਆਨਸਰ ਆਏਗਾ ਬੇਟਾ, -1/3 ਆਨਸਰ ਆ ਜਾਏਗਾ। ਠੀਕ ਹੈ, ਅਗਲਾ, ਜੇਕਰ ਰਵੀ ਵਾਸਤਵਿਕ ਸੰਖਿਆ ਰੇਖਾ 'ਤੇ ਸੰਖਿਆ 1 'ਤੇ ਖੜ੍ਹਾ ਹੈ ਅਤੇ 2 ਕਦਮ ਅੱਗੇ ਚੱਲਦਾ, 1 'ਤੇ ਖੜ੍ਹਾ 2 ਕਦਮ ਸੱਜੇ ਚੱਲਦਾ ਹੈ, ਤਾਂ ਉਹ ਜਿਸ ਬਿੰਦੂ 'ਤੇ ਮੌਜੂਦ ਹੈ ਉਸ ਦਾ ਜੁੜਾਤਮਕ ਉਲਟ ਕਰਮ ਕੀ ਹੋਏਗਾ। If Ravi stands 1 on the real number line, then he walks 2 steps to natural number towards right. Find the additive inverse of the number where Ravi stands at the last। ਪਹਿਲਾਂ ਉਹ 1 'ਤੇ ਖੜ੍ਹਾ ਸੀ, ਸੰਖਿਆ ਰੇਖਾ ਆਪਾਂ ਬਣਾ ਲੈਂਦੇ ਹਾਂ, ਇੱਥੇ 0 ਹੈ, ਇੱਥੇ 1, ਇੱਥੇ 2, ਇੱਥੇ 3, ਇੱਥੇ 4। ਠੀਕ ਹੈ, ਪਹਿਲਾਂ ਉਹ ਇੱਥੇ ਖੜ੍ਹਾ ਸੀ ਬੇਟਾ, 1 'ਤੇ ਖੜ੍ਹਾ ਸੀ, ਬਾਅਦ ਦੇ ਵਿੱਚ ਉਹ ਕਿੰਨੇ ਕਦਮ ਸੱਜੇ ਨੂੰ ਚੱਲਿਆ, 2, 1 ਕਦਮ 2 ਕਦਮ, ਕਿੰਨੇ 'ਤੇ ਆ ਗਿਆ ਬੇਟਾ ਉਹ 3 'ਤੇ। ਹੁਣ 3 ਦਾ ਆਪਾਂ ਜੁੜਾਤਮਕ ਉਲਟ ਪਤਾ ਕਰਨਾ, 3 ਦਾ ਜੁੜਾਤਮਕ ਉਲਟ ਕਿੰਨਾ ਹੋ ਜਾਏਗਾ, -3 ਹੋ ਜਾਏਗਾ। ਠੀਕ ਹੈ, -3 ਆਪਣਾ ਆਨਸਰ ਆ ਜਾਏਗਾ। ਜੁੜਾਤਮਕ ਉਲਟ ਕਰਨ ਲਈ ਆਪਾਂ ਸਿਰਫ ਸਾਈਨ ਚੇਂਜ ਕਰਨਾ, ਨਿਸ਼ਾਨੀ ਚੇਂਜ ਕਰਨੀ ਹੈ, ਅਤੇ ਗੁਣਾਤਮਕ ਉਲਟ ਲਈ ਆਪਾਂ ਨੇ ਸੰਖਿਆ ਨੂੰ ਉਲਟਾਉਣਾ। ਠੀਕ ਹੈ ਬੇਟਾ, ਇਹ ਸੀ ਆਪਣਾ ਪਹਿਲਾ ਚੈਪਟਰ। ਅੱਗੇ ਦੇਖੋ ਦੂਸਰਾ ਚੈਪਟਰ ਦੇ ਵਿੱਚੋਂ ਲੀਨੀਅਰ ਇਕੁਏਸ਼ਨ ਇਨ 1 ਵੇਰੀਏਬਲ, ਇੱਕ ਚੱਲ ਵਾਲੇ ਰੇਖੀ ਸਮੀਕਰਨ, ਦੂਜਾ ਅਧਿਆਇ। ਫਸਟ ਕੁਐਸਚਨ, ਟੂ ਮੇਕ ਐਨ ਇਕੁਏਸ਼ਨ ਐਕਸਪ੍ਰੈਸ਼ਨ ਸ਼ੁੱਡ ਹੈਵ ਸਾਈਨ ਆਫ, ਵਿਅੰਜਕ ਵਿੱਚ ਕਿਹੜਾ ਚਿੰਨ੍ਹ ਜੋੜਨ ਨਾਲ ਸਮੀਕਰਨ ਬਣ ਜਾਂਦੀ ਹੈ। ਦੇਖੋ ਬੇਟਾ, ਚੱਲ ਅਤੇ ਅਚਲ ਨੂੰ ਜੋੜ ਕੇ ਆਪਣੇ ਕੋਲ ਵਿਅੰਜਕ ਬਣਦਾ, ਐਕਸਪ੍ਰੈਸ਼ਨ ਬਣਦਾ। ਜੇ ਆਪਾਂ ਇਹਨੂੰ ਬਰਾਬਰ ਲਿਖ ਦਈਏ ਕਿਸੇ ਦੇ, ਠੀਕ ਹੈ, ਜਾਂ ਬਰਾਬਰ 0 ਲਿਖ ਦਈਏ ਜਾਂ ਬਰਾਬਰ 3 ਲਿਖ ਦਈਏ ਤਾਂ ਇਹ ਕੀ ਬਣ ਜਾਂਦੀ ਹੈ, ਸਮੀਕਰਨ ਬਣ ਜਾਂਦੀ ਹੈ। ਮਤਲਬ ਕਿਹੜਾ ਸਾਈਨ ਐਡ ਕਰਨ 'ਤੇ ਸਮੀਕਰਨ ਬਣਦੀ ਹੈ, ਬਰਾਬਰ ਦਾ, ਇਕੁਐਲਿਟੀ ਦਾ ਸਾਈਨ। ਠੀਕ ਹੈ ਬੇਟਾ, ਦਾ ਹਾਈਐਸਟ ਪਾਵਰ ਆਫ ਵੇਰੀਏਬਲ ਇਨ ਲੀਨੀਅਰ ਇਕੁਏਸ਼ਨ ਇਜ਼, ਇੱਕ ਚੱਲ ਵਾਲੀ ਰੇਖੀ ਸਮੀਕਰਨ ਵਿੱਚ ਪ੍ਰਯੋਗ ਹੋਣ ਵਾਲੇ ਚੱਲ ਦੀ ਵੱਧ ਤੋਂ ਵੱਧ ਘਾਤ ਕਿੰਨੀ ਹੁੰਦੀ ਹੈ ਬੇਟਾ, 1।
ਹਾਂ ਰੇਖੀ ਸਮੀਕਰਨ ਦਾ ਮਤਲਬ ਕੀ ਆ ਵੀ ਘਾਤ ਚੱਲ ਦੀ ਘਾਤ ਕਿੰਨੀ ਹੈ 1। ਜਿਵੇਂ ਇਹ ਰੇਖੀ ਸਮੀਕਰਨ ਹੈ ਇਹਦੇ ਵਿੱਚ x ਦੀ ਘਾਤ ਕਿੰਨੀ ਹੈ ਬੇਟਾ 1 ਹੈ। ਵੱਧ ਤੋਂ ਵੱਧ ਘਾਤ 1 ਹੁੰਦੀ ਹੈ। ਰੇਖੀ ਸਮੀਕਰਨ ਦੀ ਵੱਧ ਤੋਂ ਵੱਧ ਘਾਤ ਕਿੰਨੀ ਹੁੰਦੀ ਹੈ ਬੇਟਾ ਰੇਖੀ ਦਾ ਮਤਲਬ ਹੀ ਘਾਤ 1 ਹੈ। ਠੀਕ ਹੈ। ਲੀਨੀਅਰ ਇਕੁਏਸ਼ਨ ਦਾ ਮਤਲਬ ਕੀ ਹੈ ਵੀ ਉਹਦੀ ਹਾਈਐਸਟ ਪਾਵਰ ਆਫ ਵੇਰੀਏਬਲ ਇਜ਼ 1। ਠੀਕ ਹੈ। ਅਤੇ ਇਹਦੇ ਲਈ ਫਸਟ ਆਪਸ਼ਨ ਸਹੀ ਆ ਜਾਏਗੀ 1। The lowest power of a variable in a linear equation is ਇੱਕ ਚੱਲ ਵਾਲੀ ਰੇਖੀ ਸਮੀਕਰਨ ਦੇ ਵਿੱਚ ਪ੍ਰਯੋਗ ਹੋਣ ਵਾਲੇ ਚੱਲ ਦੀ ਘੱਟ ਤੋਂ ਘੱਟ ਘਾਤ ਕਿੰਨੀ ਹੁੰਦੀ ਹੈ। ਘੱਟ ਤੋਂ ਘੱਟ ਵੀ ਬੇਟਾ 1 ਹੀ ਹੁੰਦੀ ਹੈ। ਠੀਕ ਹੈ। ਘੱਟ ਤੋਂ ਘੱਟ ਵੀ 1 ਹੀ ਹੈ। 1 ਤੋਂ ਘੱਟ ਨਹੀਂ ਹੋ ਸਕਦੀ। ਫਿਰ ਜੇ 1 ਤੋਂ ਘੱਟ ਹੋਊਗੀ ਫਿਰ ਉਹ ਰੇਖੀ ਸਮੀਕਰਨ ਨਹੀਂ ਰਹੂਗੀ। ਠੀਕ ਹੈ। ਤਾਂ ਉਹ ਲੀਨੀਅਰ ਇਕੁਏਸ਼ਨ ਨਹੀਂ ਰਹੂਗੀ ਜੇ ਚੱਲ ਦੀ ਘਾਤ 1 ਤੋਂ ਘੱਟ ਗਈ। ਤਾਂ ਵੱਧ ਤੋਂ ਵੱਧ ਵੀ 1 ਹੁੰਦੀ ਹੈ ਅਤੇ ਘੱਟ ਤੋਂ ਘੱਟ ਵੀ 1 ਹੁੰਦੀ। ਅਗਲਾ ਕੁਐਸਚਨ ਦ ਕੌਂਸਟੈਂਟ ਮਲਟੀਪਲਾਈਡ ਬਾਈ ਅ ਵੇਰੀਏਬਲ ਇਨ ਏ ਲੀਨੀਅਰ ਇਕੁਏਸ਼ਨ ਕੈਨ ਨੈਵਰ ਬੀ ਕੀ ਨਹੀਂ ਹੋ ਸਕਦਾ। ਕਹਿੰਦੇ ਜਿਹੜਾ ਕੌਂਸਟੈਂਟ ਵੇਰੀਏਬਲ ਨਾਲ ਮਲਟੀਪਲਾਈ ਕੀਤਾ ਜਾਂਦਾ ਇੱਕ ਚੱਲ ਵਾਲੀ ਰੇਖੀ ਸਮੀਕਰਨ ਦੇ ਵਿੱਚ ਪ੍ਰਯੋਗ ਹੋਣ ਵਾਲੀ ਚੱਲ ਸੰਖਿਆ ਨਾਲ ਗੁਣਾ ਹੋਈ ਅਚਲ ਸੰਖਿਆ ਕਦੇ ਵੀ ਨਹੀਂ ਹੋ ਸਕਦੀ। ਜਿਹੜੀ ਨਹੀਂ ਹੋ ਸਕਦੀ ਬੇਟਾ 0। ਅਗਰ ਆਪਾਂ 0 ਕਰ ਦਈਏ ਦੇਖੋ ਮੈਂ ਆਹ ਸਮੀਕਰਨ ਲਿਖਤੀ ਜੇ ਇਹਨੂੰ 0 ਨਾਲ ਮਲਟੀਪਲਾਈ ਕਰਦੀ ਫਿਰ ਤਾਂ 0 ਹੀ ਹੋ ਜਾਊਗਾ। 3 ਬਰਾਬਰ 0 ਇਹ ਤਾਂ ਸਮੀਕਰਨ ਹੀ ਨਹੀਂ ਰਹਿਣੀ ਕਿਉਂਕਿ 3 ਤਾਂ 0 ਦੇ ਬਰਾਬਰ ਨਹੀਂ ਹੈ ਨਾ। ਤਾਂ ਜਿਹੜੀ ਕੌਂਸਟੈਂਟ ਆ ਉਹ 0 ਆ ਕਦੇ ਵੀ ਮਲਟੀਪਲਾਈ ਨਹੀਂ ਹੋ ਸਕਦਾ ਕਿਉਂਕਿ ਉਹ ਚੱਲ ਨੂੰ ਵੀ 0 ਕਰ ਦੇਗਾ। ਠੀਕ ਹੈ। ਤਾਂ ਇਹਦੇ ਨਾਲ 0 ਮਲਟੀਪਲਾਈ ਨਹੀਂ ਹੋ ਸਕਦਾ 0 ਗੁਣਾ ਨਹੀਂ ਹੋ ਸਕਦੀ। ਠੀਕ ਹੈ ਬੇਟਾ। ਅਗਲਾ ਸਮੀਕਰਨ 2x - 3 = 7 ਦਾ ਹੱਲ 5 ਹੈ। ਸਹੀ ਗਲਤ ਦੱਸਣਾ ਆਪਾਂ। ਸੋਲਵ ਦਾ ਇਕੁਏਸ਼ਨ ਸੋਲਿਊਸ਼ਨ ਆਫ ਇਕੁਏਸ਼ਨ 2x - 3 = 7 ਇਜ਼ 5 ਟਰੂ ਫਾਲਸ। ਚਲੋ ਦੇਖ ਲੈਂਦੇ ਆਪਾਂ 2x - 3 = 7 2x ਬਰਾਬਰ ਆ ਮਾਈਨਸ ਦਾ ਹੈ 3 ਉੱਧਰ ਜਾ ਕੇ ਪਲੱਸ ਦਾ ਹੋ ਜਾਏਗਾ 7 + 3 ਹੋ ਜਾਏਗਾ 2x ਬਰਾਬਰ 7 ਅਤੇ 3 ਬੇਟਾ 10 ਹੋ ਜਾਣਗੇ। x ਬਰਾਬਰ 10/2 ਇਹ ਇੱਧਰ ਗੁਣਾ ਸੀ ਉੱਧਰ ਜਾ ਕੇ ਭਾਗ 'ਚ ਹੋ ਗਿਆ 10 ਨੂੰ 2 ਨਾਲ ਭਾਗ ਕਰਕੇ ਕਿੰਨਾ ਆ ਜਾਏਗਾ ਬੇਟਾ 5। ਇਹ ਵੀ ਇਹੀ ਕਹਿੰਦੇ ਨੇ ਨਾ ਸੋਲਿਊਸ਼ਨ 5 ਹੈ। ਤਾਂ ਇਹ ਸਟੇਟਮੈਂਟ ਕੀ ਹੈ ਸਹੀ ਹੈ ਟਰੂ ਹੈ। ਕਲੀਅਰ ਹੈ ਬੇਟਾ। ਅੱਗੇ ਵੈਨ ਟਿਵਾਈਸ ਅ ਨੰਬਰ ਇਜ਼ ਐਡਡ ਟੂ ਓਰੀਜਨਲ ਨੰਬਰ ਵੀ ਗੈਟ 12 ਫਾਈਂਡ ਦਾ ਨੰਬਰ। ਕਿਸੇ ਸੰਖਿਆ ਵਿੱਚ ਉਸ ਦਾ 2 ਗੁਣਾ ਜੋੜਨ 'ਤੇ 12 ਪ੍ਰਾਪਤ ਹੁੰਦਾ। ਸੰਖਿਆ ਪਤਾ ਕਰੋ। ਸੰਖਿਆ ਮੰਨ ਲੈਂਦੇ ਆਪਾਂ x ਦੇ ਵਿੱਚ ਉਹਦਾ ਕਿੰਨੇ ਗੁਣਾ ਜੋੜਨਾ ਬੇਟਾ 2 ਗੁਣਾ। ਤਾਂ 2 ਨਾਲ ਗੁਣਾ ਕਰਕੇ ਵਿੱਚ ਹੀ ਜੋੜਨਾ ਕਿੰਨਾ ਪ੍ਰਾਪਤ ਹੁੰਦਾ ਆਪਾਂ ਨੂੰ 12। ਕਿੰਨਾ ਹੋ ਗਿਆ ਬੇਟਾ 3x = 12। ਇੱਕ ਇਹ ਹੋ ਗਈ x 2 ਇਹ ਹੋ ਗਈਆਂ ਜੁੜ ਕੇ ਕਿੰਨੀ ਹੋ ਗਈਆਂ 3x = 12 x = 12/3 ਗੁਣਾ ਸੀ ਇੱਧਰ ਜਾ ਕੇ ਭਾਗ 'ਚ ਹੋ ਗਿਆ 12 ਨੂੰ 3 ਨਾਲ ਭਾਗ ਕਰਾਂਗੇ 4। ਤਾਂ ਸੰਖਿਆ ਆਪਣੇ ਕੋਲ ਕਿਹੜੀ ਹੈ 4। ਨੰਬਰ ਆਪਣੇ ਕੋਲ ਕਿਹੜਾ ਬੇਟਾ 4 ਹੈ। ਠੀਕ ਹੈ। ਜਦੋਂ ਸੰਖਿਆ ਦੇ ਵਿੱਚ ਉਹਦਾ ਦੁੱਗਣਾ ਕਰਕੇ ਜੋੜਾਂਗੇ ਤਾਂ 3x ਹੋ ਗਿਆ 3x ਨੂੰ ਆਪਾਂ 12 ਦੇ ਬਰਾਬਰ ਰੱਖ ਲਿਆ। ਸਮੀਕਰਨ ਹੱਲ ਕਰਕੇ x ਆਪਣੇ ਕੋਲ ਕਿੰਨਾ ਆ ਗਿਆ ਬੇਟਾ 4 ਆ ਗਿਆ। ਸੰਖਿਆ ਕਿੰਨੀ ਹੋਏਗੀ 4 ਹੋਏਗੀ। ਨੰਬਰ ਇਜ਼ 4। ਇਹ ਸੀ ਬੇਟਾ ਆਪਣੇ ਕੁਐਸਚਨ ਜਿਹੜੇ ਪਹਿਲੇ ਅਤੇ ਦੂਜੇ ਚੈਪਟਰ ਦੇ ਵਿੱਚੋਂ ਆਪਾਂ ਕੀਤੇ ਨੇ 1-1 ਅੰਕਾਂ ਵਾਲੇ। ਅਤੇ ਮੈਨੂੰ ਉਮੀਦ ਆ ਤੁਹਾਨੂੰ ਇਹ ਸਮਝ ਵੀ ਆਏ ਹੋਣਗੇ ਜੇ ਤੁਸੀਂ ਆਪਣੀ ਕਾਪੀ 'ਤੇ ਇਹਨਾਂ ਨੂੰ ਨੋਟ ਵੀ ਕਰ ਲਿਆ ਹੋਏਗਾ। ਠੀਕ ਹੈ ਬੇਟਾ। ਅਤੇ ਅਗਲਾ ਵੀਡੀਓ ਲੈਕਚਰ ਆਪਾਂ ਜਲਦ ਲੈ ਕੇ ਆਵਾਂਗੇ। ਥੈਂਕ ਯੂ।